ਹੈਲਥ ਪਲਸ ਪ੍ਰੋਗਰਾਮ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਅਰਸ਼ ਡੈਂਟਲ ਕਲੀਨਿਕ ਜੋ ਕਿ ਆਪੋਜ਼ਿਟ PNB ਬੈਂਕ ਅੰਮ੍ਰਿਤਸਰ ਰੋਡ ਮੋਗਾ ਵਿਖੇ ਸਥਿਤ ਹੈ। ਇਹ ਕਲੀਨਿਕ ਦੰਦਾਂ ਦੇ ਮਰੀਜ਼ਾਂ ਲਈ ਇੱਕ ਵਰਦਾਨ ਹੈ। ਡਾਕਟਰ ਅਸ਼ਦੀਪ ਸਿੰਘ ਅਤੇ ਡਾਕਟਰ ਤਨਵ ਜਿੰਦਲ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਇੱਥੇ ਸੇਵਾਵਾਂ ਦੇ ਰਹੇ ਨੇ ਅਤੇ ਹਮੇਸ਼ਾ ਹੀ ਮਰੀਜ਼ਾਂ ਦੀ ਦੇਖਭਾਲ ਲਈ ਤਿਆਰ ਰਹਿੰਦੇ ਨੇ। ਦੂਰੋਂ ਦੰਦਾਂ ਦੇ ਮਰੀਜ਼ ਇੱਥੇ ਪਹੁੰਚਦੇ ਹਨ ਤੇ ਆਪਣਾ ਇਲਾਜ ਕਰਵਾਉਂਦੇ ਹਨ। ਅਰਸ਼ ਡੈਂਟਲ ਕਲੀਨਿਕ ਵਿਖੇ ਅੱਜ ਦੇ ਟਾਈਮ ਦੀ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਸਾਡੀ ਟੀਮ ਨੇ ਡਾਕਟਰ ਅਰਸ਼ਦੀਪ ਸਿੰਘ ਅਤੇ ਡਾਕਟਰ ਤਨਵ ਜਿੰਦਲ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਅਰਸ਼ ਡੈਂਟਲ ਕਲੀਨਿਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਓ ਲੈ ਕੇ ਚੱਲਦੇ ਤੁਹਾਨੂੰ ਅਰਸ਼ ਡੈਂਟਲ ਕਲੀਨਿਕ ਮੋਗਾ ਵਿਖੇ। ਦਰਸ਼ਕੋ, ਪੰਜਾਬ ਪਲਸ ਚੈਨਲ ਦੇ ਹੈਲਥ ਪਲਸ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਡਾਕਟਰ ਅਰਸ਼ ਜੀ ਦੇ ਕੋਲ, ਜਿਹੜੇ ਮੋਗੇ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਇਹਨਾਂ ਦਾ ਕਲੀਨਿਕ ਹੈ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਜੀ। ਅਰਸ਼ ਜੀ, ਕਿਵੇਂ ਤੁਸੀਂ ਆਪਣੀ BDS ਕੀਤੀ ਔਰ ਕਿਵੇਂ ਤੁਸੀਂ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕੀਤੀ? ਮੇਰੀ BDS ਹੋਈ ਹੈ ਜੀ ਐਕਚੁਅਲੀ ਗੰਗਾ ਨਗਰ ਤੋਂ, ਸੁਰਿੰਦਰਾ ਡੈਂਟਲ ਕਾਲਜ, ਤੇ MDS ਮੇਰੀ ਗੰਗਾ ਸਿੰਘ, ਉਹ ਵੀ ਗੰਗਾ ਨਗਰ ਦੇ ਵਿੱਚ ਹੀ ਹੈ। ਉਸ ਤੋਂ ਬਾਅਦ ਪੰਜਾਬ ਵਾਪਸ ਆ ਕੇ ਇੱਥੇ ਮੈਂ ਕਲੀਨਿਕ ਹੁਣ ਸਟਾਰਟਅਪ ਕੀਤਾ ਹੈ ਆਪਣਾ, ਤੇ ਅਸੀਂ ਆਲਮੋਸਟ ਸਾਰੀਆਂ ਸੇਵਾਵਾਂ ਦੇ ਰਹੇ ਹਾਂ। ਪਲੇਟਿੰਗ, ਆਰਥੋਡੋਂਟਿਕਸ, ਇੰਪਲਾਂਟ, ਸਮਾਈਲ ਡਿਜ਼ਾਈਨ, ਆਲਮੋਸਟ ਐਵਰੀਥਿੰਗ। ਡਾਕਟਰ ਸਾਹਿਬ, ਕੋਈ ਜ਼ਮਾਨਾ ਸੀਗਾ ਕਿ ਜੜ੍ਹਾਂ ਜਿਹੜੀਆਂ ਹੈਗੀਆਂ, ਪਹਿਲਾਂ ਅਸੀਂ ਕੱਚੀ ਜੜ੍ਹ ਭਰਦੇ ਸੀ, ਫਿਰ ਪੱਕੀ ਜੜ੍ਹ ਭਰਦੇ ਸੀ, ਕਾਫੀ ਟਾਈਮ ਵੇਸਟ ਹੁੰਦਾ ਸੀਗਾ ਔਰ ਜੜ੍ਹਾਂ ਬਚਦੀਆਂ ਨਹੀਂ ਸੀ। ਲਾਸਟ ਦੇ ਉੱਤੇ ਰਿਜ਼ੋਰਟ ਇਹ ਹੁੰਦਾ ਸੀਗਾ ਕਿ ਜੜ੍ਹ ਕਢਾ ਦਿਓ। ਲੇਕਿਨ ਅੱਜ ਤੁਸੀਂ ਜਿਹੜਾ ਹੈਗਾ ਇਸ ਡੈਂਟਿਸਟਰੀ ਦੇ ਵਿੱਚ ਜੜ੍ਹਾਂ ਨੂੰ ਬਚਾਉਣ ਦੇ ਲਈ, ਦੰਦਾਂ ਨੂੰ ਬਚਾਉਣ ਦੇ ਲਈ ਆਪਣੇ ਉਪਰਾਲੇ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਦੇਖੋ ਜੀ, ਪਹਿਲਾਂ ਸਮਾਂ ਕੁਛ ਹੋਰ ਸੀ, ਅੱਜ ਹੁਣ ਨਵੀਆਂ ਚੀਜ਼ਾਂ ਆ ਚੁੱਕੀਆਂ। ਆਪਣੇ ਕੋਲ RVG ਆ, ਆਪਾਂ ਜੋ ਵੀ ਐਕਸਰੇ ਵਗੈਰਾ ਹੈ ਕਰਕੇ ਉਸੇ ਸਮੇਂ ਹੀ ਆਪਾਂ ਲੈਪਟਾਪ 'ਤੇ ਦੇਖ ਸਕਦੇ ਹਾਂ। ਆਪਾਂ ਨੂੰ ਪਿਕਚਰ ਕਲੀਅਰ ਹੋ ਜਾਂਦੀ ਹੈ, ਉਹਦੇ ਅਕੋਰਡਿੰਗ ਆਪਾਂ ਟਰੀਟਮੈਂਟ ਪਲਾਨ ਕਰ ਲੈਂਦੇ ਹਾਂ। ਬਾਕੀ ਪਹਿਲਾਂ ਦੇ ਟਾਈਮ ਜੇ ਦੇਖਿਆ ਜਾਵੇ, ਲੋਕ ਇੰਨੇ ਅਵੇਅਰ ਵੀ ਨਹੀਂ ਸੀ ਇਹਨਾਂ ਚੀਜ਼ਾਂ ਨੂੰ ਲੈ ਕੇ। ਅੱਜ ਦੇ ਟਾਈਮ ਆਪਣੇ ਕੋਲ ਸਭ ਕੁਛ, ਸਾਰੀ ਫੈਸਿਲਿਟੀ ਹੈ ਅਤੇ ਮਤਲਬ ਇਟਸ ਈਜ਼ੀ। ਡਾਕਟਰ ਸਾਹਿਬ, ਕਿਸੇ ਜ਼ਮਾਨੇ ਦੇ ਵਿੱਚ ਕਹਿੰਦੇ ਸੀ ਕਿ ਮਾਲਵੇ ਦਾ ਪਾਣੀ ਜਿਹੜਾ ਹੈਗਾ ਉਹ ਕਰੇੜਾ ਜੰਮਿਆ ਜੀ, ਪੀਲਾ ਪਾਣਾ, ਇਹ ਲਹੂਗਾ ਨੀਗਾ, ਇਹ ਤਾਂ ਬੜਾ ਔਖਾ ਹੁੰਦਾ। ਲੇਕਿਨ ਅੱਜ ਕੱਲ੍ਹ ਜਿਸ ਤਰੀਕੇ ਦੇ ਨਾਲ ਬਰਾਈਡ ਤੇ ਬਰਾਈਡਗਰੂਮ ਜਿਹੜੇ ਆ, ਉਹ ਦੋਨੇ ਪਹਿਲਾਂ ਤਾਂ ਬਿਊਟੀ ਪਾਰਲਰਸ ਨੂੰ ਲੋਕ ਵਿਜ਼ਿਟ ਕਰਦੇ ਸੀ, ਹੁਣ ਅੱਜ ਕੱਲ੍ਹ ਡੈਂਟਲ ਡਾਕਟਰਸ ਨੂੰ ਵਿਜ਼ਿਟ ਕਰਦੇ ਆ ਕਿ ਮੈਰਿਜ ਤੋਂ ਪਹਿਲਾਂ ਉਹਨਾਂ ਨੂੰ ਹੁੰਦਾ ਕਿ ਜਿਹੜੀ ਚੀਜ਼ ਸਾਡੀ ਮੇਨ ਚੀਜ਼ ਹੈ ਉਹ ਸਮਾਈਲ ਹੈ, ਔਰ ਸਮਾਈਲ ਦੇ ਲਈ ਉਹ ਡਾਕਟਰਸ ਨੂੰ ਵਿਜ਼ਿਟ ਕਰਦੇ ਆ। ਔਰ ਇਸ ਚੀਜ਼ ਦੇ ਲਈ ਤੁਸੀਂ ਇੱਥੇ ਔਰ ਤੁਹਾਡੇ ਜਿਹੜੇ ਕਲੀਗ ਹੈਗੇ ਆ ਸਪੈਸ਼ਲਿਸਟ, ਉਹ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜਾ ਤਾਂ ਪਾਣੀ 'ਚ ਫਲੋਰਾਈਡ ਦੀ ਕਮੀ ਦੇ ਕਰਕੇ ਵਾਈਟ ਪੈਚਿਸ ਹੁੰਦੇ ਆ, ਉਹਦਾ ਤਾਂ ਦੇਖੋ ਦੰਦ ਇੱਕ ਬੋਨ ਆ, ਟੁੱਥ ਇਜ਼ ਅ ਬੋਨ। ਜਿੱਦਾਂ ਉਹ ਫਾਰਮ ਹੋ ਗਿਆ ਉਹ ਉੱਦਾਂ ਹੀ ਰਹੂਗਾ, ਉਹਨੂੰ ਬਾਅਦ 'ਚ ਆਪਾਂ ਚੇਂਜ ਨਹੀਂ ਕਰ ਸਕਦੇ। ਇਹਦੇ ਲਈ ਆਪਣੇ ਕੋਲੇ ਵੀਨੀਅਰਸ ਹੁੰਦੇ ਆ, ਕਰਾਊਨਸ ਹੁੰਦੇ ਆ, ਜੋ ਦੰਦ ਨੂੰ ਕਵਰ ਕਰ ਲੈਂਦੇ ਆ, ਐਂਡ ਸਮਾਈਲ ਬਹੁਤ ਸੋਹਣੀ ਹੋ ਜਾਂਦੀ ਆ। ਐਂਡ ਸਭ ਕੀ ਕਹਿਣਾ ਚਾਹੋਗੇ ਕਿ ਉਹੀ ਮੂੰਹ ਸਾਡਾ, ਉਹੀ ਦੰਦ, ਲੇਕਿਨ ਉਹਨਾਂ ਨੂੰ ਮਤਲਬ ਮੈਰਿਜੇਬਲ ਏਜ ਦੇ ਵਿੱਚ ਅਸੀਂ ਇੱਕ ਨਵੀਂ ਜ਼ਿੰਦਗੀ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਵੇਨੀਅਰਸ ਹੈਗੇ ਆ ਜਾਂ ਕਰਾਊਨ ਹੈਗਾ, ਉਹਦੇ ਨਾਲ ਮਤਲਬ ਇੱਕ ਲੁੱਕ ਹੀ ਚੇਂਜ ਮਤਲਬ ਸਮਝੀ। ਹਾਂਜੀ, ਦੇਖੋ ਸਮਾਈਲ ਇੱਕ ਬਹੁਤ ਜ਼ਰੂਰੀ ਆ। ਫਸਟ ਇੰਪ੍ਰੈਸ਼ਨ ਦੇ ਵਿੱਚ ਸਮਾਈਲ ਆਉਂਦੀ ਹੈ, ਠੀਕ ਹੈ ਜੀ। ਸੋ ਸਮਾਈਲ ਇਜ਼ ਮਸਟ, ਪੂਰਾ ਫੇਸ ਚੇਂਜ ਹੋ ਜਾਂਦਾ ਹੈ। ਜਿਹੜੇ ਕਿ ਬੱਚਿਆਂ ਦੇ ਅੱਜ ਕੱਲ੍ਹ ਜਾਂ ਵੱਡਿਆਂ ਦੇ ਜਿਹੜੇ ਹੈਗੇ ਟੇਢੇ ਮੇਢੇ ਦੰਦ ਜਦੋਂ ਹੋ ਜਾਂਦੇ ਆ, ਅੱਜ ਕੱਲ੍ਹ ਕਿਸੇ ਚੀਜ਼ ਦੇ ਲਈ ਵੀ ਤੁਸੀਂ ਡੈਂਟਲ ਵਾਲੇ, ਅੱਗੇ ਤਾਂ ਫਿਲਮੀ ਸਤਾਰਿਆਂ ਦਾ ਲੋਕ ਦੇਖਦੇ ਸੀਗੇ ਕਿ ਇਹ ਚੀਜ਼ਾਂ ਹੁੰਦੀਆਂ, ਲੇਕਿਨ ਅੱਜ ਕੱਲ੍ਹ ਤੁਸੀਂ ਇਹਨਾਂ ਚੀਜ਼ਾਂ ਨੂੰ ਵੀ ਨੋਰਮਲ ਵਾਂਗੂ ਬਣਾਤਾ ਹੈਗਾ। ਇਹਨਾਂ ਚੀਜ਼ਾਂ ਦੇ ਵਿੱਚ ਵੀ ਉਨੇ ਜ਼ਿਆਦਾ ਮਹਿੰਗੇ ਐਕਸਪੈਂਸਿਸ ਨਹੀਂ ਆ ਜਿੰਨੇ ਕਿਸੇ ਸਮੇਂ ਦੇ ਹੁੰਦੇ ਸੀਗੇ। ਕੀ ਕਹਿਣਾ ਚਾਹੋਗੇ ਕਿ ਨੋਰਮਲ ਬੰਦਿਆਂ ਦੀ ਰੇਂਜ 'ਚ ਵੀ ਇਹ ਚੀਜ਼ਾਂ ਆ ਗਈਆਂ? ਹਾਂਜੀ, ਦੇਖੋ ਡੈਂਟਿਸਟਰੀ ਵਿੱਚ ਕਾਫੀ ਚੇਂਜਸ ਆ ਚੁੱਕੇ ਆ। ਆਪਣੇ ਕੋਲ ਅਲਾਈਨਰਸ ਹੁੰਦੇ ਆ, ਤਾਰ ਵੀ ਨਹੀਂ ਲਗਾਉਣੀ ਪੈਂਦੀ। ਅਲਾਈਨਰਸ ਦੇ ਨਾਲ ਟੇਢੇ ਦੰਦ ਸਿੱਧੇ ਹੋ ਜਾਂਦੇ, ਠੀਕ ਹੈ ਜੀ। ਤਾਰ ਵੀ ਠੀਕ ਹੈ, ਕੁਛ ਪੇਸ਼ੈਂਟ ਉਹ ਅਫੋਰਡ ਕਰ ਸਕਦੇ ਆ ਅਲਾਈਨਰਸ, ਤਾਂ ਉਹ ਅਲਾਈਨਰਸ ਲਗਵਾ ਲੈਂਦੇ ਆ। ਆਪਣੇ ਅਕੋਰਡਿੰਗ ਪੇਸ਼ੈਂਟ ਫਾਈਨੈਂਸ਼ੀਅਲੀ ਡਿਸਾਈਡ ਕਰ ਲੈਂਦਾ। ਅਤੇ ਆਰਥੋਡੋਂਟਿਕ ਟਰੀਟਮੈਂਟ ਥੋੜ੍ਹਾ ਲੰਬਾ ਹੁੰਦਾ, ਬਸ ਇਟਸ ਅ ਲੈਂਥੀ ਪ੍ਰੋਸੈਸ, ਥੋੜ੍ਹਾ ਟਾਈਮ ਲੱਗਦਾ। ਬਾਕੀ ਟੇਢੇ ਮੇਢੇ ਦੰਦ ਸਿੱਧੇ ਕਰਵਾਉਣੇ ਬਹੁਤ ਜ਼ਰੂਰੀ। ਦੱਸੋ, ਕੋਈ ਜ਼ਮਾਨਾ ਸੀਗਾ ਕਿ ਲੋਕ ਦੰਦਾਂ ਨੂੰ ਜਿਹੜਾ ਹੈਗਾ ਇਸ ਚੀਜ਼ ਤੋਂ ਜੱਜ ਕਰਦੇ ਸੀਗੇ ਵੀ ਇਹ ਇੰਨਾ ਬੁੱਢਾ ਹੋ ਗਿਆ ਬੰਦਾ, ਵੀ ਇਹਦੇ ਇੰਨੇ ਦੰਦ ਟੁੱਟ ਗਏ, ਇਹਦੇ ਇੰਨੇ ਦੰਦ ਟੁੱਟ ਗਏ। ਲੇਕਿਨ ਅੱਜ ਕੱਲ੍ਹ ਤੁਸੀਂ ਦੰਦਾਂ ਨੂੰ ਬਚਾਉਣ ਦੇ ਵਾਲੇ ਪਾਸੇ ਡਾਕਟਰਸ ਲੱਗੇ ਹੋਏ ਹੋ, ਔਰ ਹਰੇਕ ਬੰਦਾ, ਚਾਹੇ ਉਹ 70 ਸਾਲ ਦਾ ਬੰਦਾ, ਉਹ ਵੀ ਆ ਕੇ ਕਹਿੰਦਾ ਕਿ ਡਾਕਟਰ ਸਾਹਿਬ ਮੈਂ ਦੰਦ ਬਚਾਉਣੇ ਆ, ਮੈਂ ਦੰਦ ਕਢਾਉਣੇ ਨਹੀਂ। ਬਿਲਕੁਲ ਦੰਦ ਬਚਾਉਣਾ ਚਾਹੀਦਾ। ਜੋ ਵੀ ਪੇਸ਼ੈਂਟ ਇਸ ਤਰ੍ਹਾਂ ਸੋਚਦਾ, ਉਹ ਇੱਕ ਦੰਦਾਂ ਨੂੰ ਲੰਬੀ ਲਾਈਫ ਦਿੰਦਾ। 'ਤੇ ਪਹਿਲਾਂ ਸਮਾਂ ਹੁੰਦਾ ਸੀ, ਪਹਿਲਾਂ ਡਾਈਟ ਕੁਛ ਹੋਰ ਤਰ੍ਹਾਂ ਦੀ ਹੁੰਦੀ ਸੀ,
ਦੰਦ ਇੰਨੀ ਜਲਦੀ ਖਰਾਬ ਵੀ ਨਹੀਂ ਸੀ ਹੁੰਦੇ। ਅੱਜ ਕੱਲ੍ਹ ਆਪਣੀ ਡਾਈਟ ਉਸ ਤਰ੍ਹਾਂ ਦੀ ਆ, ਆਪਾਂ ਕੁਝ ਕਰ ਵੀ ਨਹੀਂ ਸਕਦੇ ਇਹਦੇ 'ਚ, ਉਹਨੂੰ ਚੇਂਜ ਨਹੀਂ ਕਰ ਸਕਦੇ। ਸੋ ਇਸ ਕਰਕੇ ਦੰਦਾਂ ਨੂੰ ਥੋੜ੍ਹੀ ਜ਼ਿਆਦਾ ਪ੍ਰੋਬਲਮ ਆ ਰਹੀ ਆ ਪਹਿਲਾਂ ਦੇ ਮੁਕਾਬਲੇ ਜੇ ਦੇਖਿਆ ਜਾਵੇ। ਬਟ ਜੇ ਦੰਦ ਆਪਾਂ ਬਚਾ ਲੈਂਦੇ ਹਾਂ ਤਾਂ ਉਹ ਬਾਕੀ ਦੰਦਾਂ ਨੂੰ ਵੀ ਇਫੈਕਟ ਕਰਦਾ। ਜਿਹਨੂੰ ਆਪਾਂ ਕੱਢ ਦਿੰਦੇ ਹਾਂ, ਇੱਕ ਦੰਦ ਮੂੰਹ ਦੇ ਵਿੱਚੋਂ ਨਿਕਲ ਜਾਂਦਾ ਤੇ ਉਹ ਸਾਰਿਆਂ ਦੀ ਅਲਾਈਨਮੈਂਟ ਨੂੰ ਇਫੈਕਟ ਕਰੂਗਾ। ਇਹ ਚੀਜ਼ ਹੈ। ਦੱਸੋ ਜਿਸ ਤਰੀਕੇ ਦੇ ਨਾਲ ਤੁਸੀਂ ਇੰਪਲਾਂਟ ਦਾ ਜਿਹੜਾ ਹੈਗਾ ਉਹ ਵੀ ਪ੍ਰੋਸੀਜਰ ਇੱਥੇ ਕਰ ਰਹੇ ਹੋ, ਔਰ ਉਹਦੇ ਲਈ ਵੀ ਟਾਈਮ ਕੰਜ਼ਿਊਮਿੰਗ, ਜਿਵੇਂ ਪਹਿਲਾਂ ਇੰਪਲਾਂਟਸ ਜਦੋਂ ਸਟਾਰਟਿੰਗ ਕੀਤੀ ਆ ਤੇ ਕਾਫੀ ਸਿਟਿੰਗਾਂ ਸੀਗੀਆਂ, ਔਰ ਹੁਣ ਸਿਟਿੰਗਾਂ ਜਿਹੜੀਆਂ ਧੀਰੇ ਕਿਉਂਕਿ ਟਾਈਮ ਉਹ ਜਿਹਾ ਹੋ ਗਿਆ ਔਰ ਇੰਪਲਾਂਟ ਇਹ ਜਿਹੇ ਬਣਨ ਲੱਗ ਗਏ ਜਿਹਦੇ ਨਾਲ ਟਾਈਮ ਬਹੁਤ ਘੱਟ ਲੱਗਦਾ। ਬਿਲਕੁਲ ਜੀ, ਇਹੋ ਜਿਹੀ ਟੈਕਨੀਕ ਆਈ ਆ ਕਿ ਆਪਾਂ ਇੰਪਲਾਂਟ ਪਾਉਂਦੇ ਆ, ਇੱਕ ਸਿਟਿੰਗ ਦਿੰਦੇ ਆ, ਨਾਲੋਂ ਨਾਲ ਥੋੜ੍ਹੇ ਟਾਈਮ ਬਾਅਦ ਉਹਦੇ 'ਤੇ ਕਰਾਊਨ ਦੇ ਸਕਦੇ ਆਪਾਂ, ਜਾਂ ਫਿਰ ਆਪਾਂ ਨੂੰ ਜੇ ਲੱਗਦਾ ਕੁਛ ਟਾਈਮ ਪਾਉਣਾ ਚਾਹੀਦਾ ਉਹਦੇ 'ਤੇ ਆਪਾਂ ਟੈਂਪਰੇਰੀ ਕਰਾਊਨ ਦੇ ਸਕਦੇ ਉਹਨੇ ਟਾਈਮ ਲਈ। ਦੱਸੋ ਜਦੋਂ ਕੋਈ ਐਕਸੀਡੈਂਟ ਵਗੈਰਾ ਕਦੇ ਹੋ ਜਾਂਦਾ ਹੈਗਾ ਜਾਂ ਲੜਾਈ ਝਗੜਾ ਹੋ ਗਿਆ, ਦੰਦ ਟੁੱਟ ਗਿਆ ਬੰਦੇ ਦਾ, ਅਗਰ ਉਹ ਟਾਈਮ ਰਹਿੰਦੇ ਦੰਦ ਲੈ ਆਵੇ ਔਰ ਉਸੇ ਦੰਦ ਨੂੰ ਵੀ ਤੁਸੀਂ ਇੰਪਲਾਂਟ ਕਰ ਸਕਦੇ ਹੋ। ਬਿਲਕੁਲ ਜੀ, ਬਟ ਇਹ ਡਿਪੈਂਡ ਕਰਦਾ ਦੰਦ ਕਿੱਥੋਂ ਟੁੱਟਿਆ, ਕਿੰਨਾ ਆਪਣਾ ਉਹਦੇ 'ਚ ਬੋਨ ਲਾਸ ਹੋਇਆ ਜਾਂ ਵਿਚਾਲੋਂ ਫ੍ਰੈਕਚਰ ਤਾਂ ਨਹੀਂ ਹੋਇਆ। ਅਤੇ ਦੂਸਰੀ ਚੀਜ਼ ਡਿਪੈਂਡ ਕਰਦਾ ਕਿ ਕਿੰਨੇ ਟਾਈਮ 'ਚ ਤੁਸੀਂ ਡੈਂਟਲ ਕਲੀਨਿਕ ਪਹੁੰਚ ਜਾਂਦੇ ਹੋ। ਇਹਦੇ ਵਿੱਚ ਇੱਦਾਂ ਕਿ ਜਿੰਨਾ ਜਲਦੀ ਤੋਂ ਜਲਦੀ ਹੋ ਸਕੇ ਆਪਾਂ ਨੂੰ ਡੈਂਟਲ ਕਲੀਨਿਕ ਵਿਜ਼ਿਟ ਕਰਨਾ ਚਾਹੀਦਾ, ਕਿਉਂਕਿ ਬਲੱਡ ਸਪਲਾਈ ਚੱਲਦੀ ਰਹੂਗੀ ਤਾਂ ਦੰਦ ਦੁਬਾਰਾ ਉਸ ਜਗ੍ਹਾ 'ਤੇ ਫਿਕਸ ਹੋ ਸਕਦਾ। ਠੀਕ ਹੈ, ਨਹੀਂ ਤਾਂ ਉਹਦੇ ਵਿੱਚ ਬਲੱਡ ਕਲੌਟ ਹੋ ਜਾਊਗਾ, ਹੋਰ ਬਹੁਤ ਕੰਪਲੀਕੇਸ਼ਨਸ ਆ ਜਾਂਦੀਆਂ, ਫਿਰ ਉਹਦਾ ਟੁੱਥ ਉਸ ਜਗ੍ਹਾ 'ਤੇ ਸਰਵਾਈਵ ਕਰਨਾ ਔਖਾ ਹੋ ਜਾਂਦਾ। ਦੱਸੋ ਜਿੱਦਾਂ ਅਸੀਂ ਹੁਣ ਇੱਕ ਛੋਟੇ ਜਿਹੇ ਬੱਚੇ ਦਾ ਦੇਖਿਆ, ਜਿਹੜੇ ਕਿ ਬੱਚਿਆਂ ਦਾ ਟ੍ਰੀਟਮੈਂਟ, ਉਹ ਕਹਿੰਦੇ ਵੀ ਅਸੀਂ ਵੱਡੇ ਹਸਪੀਟਲਾਂ 'ਚ ਵੀ ਜਾ ਕੇ ਆ ਗਏ, ਬੱਚੇ ਦਾ ਟ੍ਰੀਟਮੈਂਟ ਨੂੰ ਕੋਈ ਇੰਨੀ ਜਲਦੀ ਹੱਥ ਨਹੀਂ ਪਾਉਂਦਾਗਾ, ਜਿੱਦਾਂ ਤੁਸੀਂ ਉਸ ਬੱਚੇ ਨੂੰ, ਜਿਹੜਾ ਕਿ ਘਰਦਿਆਂ ਦੇ ਲਈ ਇੱਕ ਬੜੀ ਟੈਨਸ਼ਨ ਵਾਲਾ ਲੈਵਲ ਬਣਿਆ ਸੀਗਾ ਵੀ ਦੰਦ ਕਾਲੇ, ਕਿਉਂਕਿ ਅੱਜ ਕੱਲ੍ਹ ਚਾਕਲੇਟ, ਸਟਿੱਕੀ ਫੂਡ ਸਾਰੇ ਬੱਚੇ ਖਾ ਰਹੇ ਨੇ, ਸੌਫਟ ਫੂਡ ਬਹੁਤ ਜ਼ਿਆਦਾ ਉਹਨਾਂ ਨੂੰ ਪੀਜ਼ੇ ਬਰਗਰਾਂ ਦੇ ਨਾਲ ਪਿਆਰ ਹੋ ਗਿਆ। ਕੀ ਕਹਿਣਾ ਚਾਹੋਗੇ ਕਿ ਅੱਜ ਹਰੇਕ ਚੀਜ਼ ਨੂੰ ਤੁਸੀਂ ਬਦਲ ਸਕਦੇ ਹੋ, ਛੋਟੇ ਬੱਚੇ ਤੱਕ ਵੀ, ਕਿਉਂਕਿ ਅਸੀਂ ਦੇਖਿਆ ਬੜੇ ਛੋਟੇ ਉਮਰ ਦਾ ਬੱਚਾ ਸੀਗਾ, ਉਹਦੇ ਦੰਦਾਂ ਨੂੰ ਵੀ ਨਵਾਂ ਰੂਪ ਦਿੱਤਾ। ਤੇ ਇਹਦਾ ਮਤਲਬ ਛੋਟੇ ਬੱਚਿਆਂ ਦੇ ਦੰਦ ਜਿਹੜੇ ਅਗਲੇ ਕਹਿੰਦੇ ਨਹੀਂ ਹਲੇ ਤਾਂ ਟੁੱਟ ਕੇ ਆਣੇ ਆ, ਇਹ ਹੋਣਾ ਉਹ ਹੋਣਾ, ਕਿ ਉਹਨਾਂ 'ਚ ਵੀ ਚੇਂਜ ਆ ਸਕਦੀ ਹੈ। ਬਿਲਕੁਲ, ਉਹਨਾਂ ਵਿੱਚ ਵੀ ਚੇਂਜ ਆ ਸਕਦੀ ਹੈ। ਜਿਹੜੇ ਤਾਂ ਆਪਣੇ ਟੈਂਪਰੇਰੀ ਟੀਥ ਹੁੰਦੇ ਆ ਉਹ ਬੱਚੇ ਦੇ ਟੁੱਥ ਬਹੁਤ ਜ਼ਰੂਰੀ ਹੁੰਦੇ ਆ। ਇੱਦਾਂ ਨਹੀਂ ਕਿ ਉਹ ਟੁੱਟ ਕੇ ਆ ਜਾਣੇ ਤਾਂ ਉਹਨਾਂ ਦਾ ਆਪਾਂ ਨੂੰ ਟ੍ਰੀਟਮੈਂਟ ਨਹੀਂ ਕਰਾਉਣਾ ਚਾਹੀਦਾ। ਬਿਲਕੁਲ, ਉਹ ਜਿੰਨਾ ਟਾਈਮ ਉਹਨਾਂ ਦਾ ਮੂੰਹ ਦੇ ਵਿੱਚ ਰਹਿਣਾ ਬੰਦ ਆ, ਉਹਨਾਂ ਟਾਈਮ ਆਪਾਂ ਨੂੰ ਉਹ ਸੇਵ ਕਰਕੇ ਰੱਖਣੇ ਪੈਂਦੇ ਆ, ਕਿਉਂਕਿ ਜਿਹੜੇ ਪਰਮਾਨੈਂਟ ਟੀਥ ਹੋਣੇ ਆ ਉਹ ਫਿਰ ਆਪਣੀ ਜਗ੍ਹਾ 'ਤੇ ਨਹੀਂ ਆਉਣਗੇ, ਜੇ ਉਹ ਪਹਿਲਾਂ ਨਿਕਲ ਜਾਣਗੇ ਤਾਂ ਮੇਨ ਇਹਦੇ ਵਿੱਚ ਇਹ ਪ੍ਰੋਬਲਮ ਹੁੰਦੀ ਹੈ। ਦੱਸੋ ਕੀ ਤੁਹਾਡਾ ਮੈਸੇਜ ਰਹੂਗਾ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ, ਕਿਉਂਕਿ ਤੁਸੀਂ ਜਿਸ ਦਿਨ ਦਾ ਕਲੀਨਿਕ ਖੋਲ੍ਹਿਆ ਉਸ ਦਿਨ ਦਾ ਤੁਸੀਂ ਪਹਿਲਾਂ ਆਟੋਕਲੇਵ ਦੇ ਉੱਪਰ, ਸਟਰਲਾਈਜੇਸ਼ਨ ਦੇ ਉੱਪਰ ਬਹੁਤ ਵੱਡਾ ਧਿਆਨ ਰੱਖਿਆ, ਕਿਉਂਕਿ ਹੈਪੇਟਾਈਟਸ ਬੀ ਸੀ ਜਿਹੜੀ ਹੈਗੀ ਆ ਔਰ ਹੋਰ ਬਿਮਾਰੀਆਂ ਜਿਹੜੀਆਂ ਹੈਗੀਆਂ ਇਨਫੈਕਟੀਸ਼ੀਅਸ ਡਿਜ਼ੀਜ਼ ਹੈਗੀਆਂ ਉਹ ਫੈਲ ਜਾਂਦੀਆਂ, ਲੇਕਿਨ ਤੁਸੀਂ ਪਹਿਲੇ ਦਿਨ ਤੋਂ ਹੀ ਆਪਣੇ ਕਲੀਨਿਕ ਨੂੰ ਜਿਹੜਾ ਹੈਗਾ ਹਾਈਜੀਨਿਕ ਬਣਾ ਕੇ, ਔਰ ਕਰੋਨਾ ਦੇ ਐਪੀਡੈਮਿਕ ਦੇ ਵਿੱਚ ਵੀ ਜਿਹੜਾ ਇੰਨੇ ਔਖੇ ਸਮੇਂ ਦੇ ਵਿੱਚ ਵੀ ਤੁਸੀਂ ਆਪਣੀ ਸੇਵਾਵਾਂ ਦਿੰਦੇ ਰਹੇ, ਕਿਉਂਕਿ ਤੁਸੀਂ ਪਹਿਲਾਂ ਹੀ ਪ੍ਰੀਕਾਸ਼ਨਾਂ ਲੈ ਰਹੇ ਸੀ। ਬਿਲਕੁਲ ਜੀ, ਸਟਰਲਾਈਜੇਸ਼ਨ ਦੇਖੋ, ਕੋਵਿਡ ਹੈ ਚਾਹੇ ਨਹੀਂ ਹੈ, ਪਹਿਲਾਂ ਵੀ ਸਟਰਲਾਈਜੇਸ਼ਨ ਕਰਦੇ ਸੀਗੇ। ਠੀਕ ਹੈ, ਤਾਂ ਸਟਰਲਾਈਜੇਸ਼ਨ ਬਹੁਤ ਜ਼ਰੂਰੀ ਆ ਸਾਡੇ ਆਪਣੇ ਲਈ ਵੀ, ਪੇਸ਼ੈਂਟਸ ਦੇ ਲਈ ਵੀ। ਸਟਰਲਾਈਜੇਸ਼ਨ ਰਹੂਗੀ ਤਾਂ ਕੋਈ ਕੰਪਲੀਕੇਸ਼ਨ ਨਹੀਂ ਆਉਂਦੀ। ਦੱਸੋ ਕੀ ਤੁਹਾਡਾ ਸੰਦੇਸ਼ ਰਹੂਗਾ, ਜਿੱਦਾਂ ਅਸੀਂ ਜੰਕ ਫੂਡਸ ਵੀ ਖਾਣ ਨੂੰ ਹਟ ਨਹੀਂ ਸਕਦੇਗੇ ਤੇ ਦੰਦ ਵੀ ਅਸੀਂ ਸੋਹਣੇ ਬਣਾਉਣੇ ਹੈਗੇ ਆ, ਕੀ ਤੁਹਾਡਾ ਦੇਖਣ ਵਾਲੇ ਸਾਡੇ ਦਰਸ਼ਕਾਂ ਨੂੰ ਮੈਸੇਜ ਰਹੂਗਾ? ਮੇਰਾ ਮੈਸੇਜ ਇਹ ਰਹੂਗਾ ਜੀ, ਜੋ ਮਰਜ਼ੀ ਖਾਓ, ਲਾਈਫ ਆ ਇੰਜੋਏ ਕਰਨੀ ਚਾਹੀਦੀ ਹੈ, ਪਰ ਦੰਦ ਆਪਾਂ ਬਰਸ਼ਿੰਗ ਟੈਕਨੀਕ ਆਪਣੀ ਸਹੀ ਹੋਣੀ ਚਾਹੀਦੀ ਆ, ਰੈਗੂਲਰ ਚੈੱਕਅਪ ਕਰਵਾਓ, ਕੁਝ ਵੀ ਆਪਾਂ ਖਾਂਦੇ ਆ ਉਸ ਤੋਂ ਬਾਅਦ ਆਪਾਂ ਨੂੰ ਰਿੰਸ ਕਰਨਾ ਚਾਹੀਦਾ ਤਾਂ ਕਿ ਦੰਦ ਜਿਹੜੇ ਸਾਫ਼ ਹੋ ਜਾਣ। ਕਿਤੇ ਵੀ ਕੋਈ ਪ੍ਰੋਬਲਮ ਦਿਖਦੀ ਆ ਛੋਟੀ ਜੀ, ਕਿਤੋਂ ਦੰਦ ਬਲੈਕ ਹੋਣ ਲੱਗਾ ਜਾਂ ਪੇਨ ਹੈ, ਸੈਂਸਿਟੀਵਿਟੀ ਹੈ, ਉਦੋਂ ਹੀ ਡਾਕਟਰ ਨੂੰ ਵਿਜ਼ਿਟ ਕਰੋ। ਮਤਲਬ ਯੂ ਮੀਨ ਟੂ ਸੇ ਨੈਪ ਦੀ ਵਿਲ ਇਨ ਦੀ ਬਰਡ, ਮਤਲਬ ਪਹਿਲਾਂ ਹੀ ਜੇ ਸਟਾਰਟਿੰਗ ਤੋਂ ਆਪਾਂ ਪਕੜ ਲਾਂਗੇ ਤਾਂ ਕੀੜੇ ਕੂੜੇ ਜਿਹੜੇ ਹੈਗੇ ਉਹ ਘਰ ਨਹੀਂ ਬਣਾਉਣਗੇ। ਬਿਲਕੁਲ ਜੀ, ਜਿੰਨੀ ਜਲਦੀ ਆਪਾਂ ਪ੍ਰੋਬਲਮ ਨੂੰ ਫੜ ਲਾਂਗੇ, ਪ੍ਰੋਬਲਮ ਨੂੰ ਲੱਭ ਲਾਂਗੇ, ਉਨੀ ਜਲਦੀ ਉਹਦਾ ਸੋਲੂਸ਼ਨ ਹੋ ਜੂ, ਤੇ ਜਿਹੜਾ ਜਲਦੀ ਹੋ ਜੂ ਉਹ ਸੌਖਾ ਹੋ ਜੂ। ਥੈਂਕ ਯੂ ਮੈਡਮ। ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਦਾ ਜਿਹੜਾ ਡੈਂਟਿਸਟਰੀ ਹੈ, ਜਿਸ ਤਰੀਕੇ ਦੇ ਨਾਲ ਇੱਕ ਲੁੱਕ ਹੀ ਚੇਂਜ ਕਰਤੀ ਬੱਚੇ ਦੀ, ਉਹ ਦੰਦ ਜਿਹੜੇ ਆਪਾਂ ਨੂੰ ਬੜਾ ਔਖੇ ਲੱਗਦੇ ਸੀਗੇ ਕਿ ਸ਼ਾਇਦ ਇਹ ਕਾਲੇ ਦੰਦ ਕਦੇ ਵੀ ਚਿੱਟੇ ਨਹੀਂ ਹੋਣ, ਔਰ ਇਹਨਾਂ ਨੇ ਡਾਕਟਰ ਸਾਹਿਬ ਨੇ ਜਿਹੜਾ ਹੈਗਾ ਅਰਸ਼ ਕਲੀਨਿਕ ਜਿੱਥੇ ਤੁਸੀਂ ਆਏ ਹੋ, ਡਾਕਟਰ ਸਾਹਿਬ ਔਰ ਮੈਡਮ ਨੇ ਮਿਲ ਕੇ ਉਹਨਾਂ ਦਾ ਇੱਕ ਨਵਾਂ ਰੂਪ ਦਿੱਤਾ, ਕੀ ਕਹਿਣਾ ਚਾਹੋਗੇ? ਹਾਂਜੀ ਸਰ, ਇਹ ਮਤਲਬ ਕੋਆਪਰੇਟਿਵ ਨਹੀਂ ਸੀ ਪਹਿਲਾਂ ਤਾਂ। ਸਭ ਤੋਂ ਪਹਿਲਾਂ ਤਾਂ ਮੈਮ ਨੇ ਇਹਨੂੰ ਕੋਆਪਰੇਟ ਕੀਤਾ, ਮਤਲਬ ਬਹੁਤ ਅੱਛਾ ਤੇ ਇਹਨੂੰ ਸਿਖਾਇਆ। ਜਿਵੇਂ ਆਪਾਂ ਕਹਿ ਦਈਏ ਪਹਿਲਾਂ ਇਹਨੂੰ ਟੈਲ ਦਿਖਾਇਆ, ਫਿਰ ਇਹਨੂੰ ਮਤਲਬ
ਇਹਦਾ ਹੌਲੀ ਹੌਲੀ ਹੈਲਪ ਕੀਤੀ। 3-4 ਦਿਨ ਤਾਂ ਅਸੀਂ ਵੈਸੇ ਵਿਜ਼ਿਟ ਕਰਦੇ ਰਹੇ, ਜਸਟ ਮਤਲਬ ਹੋਰ ਪੇਸ਼ੈਂਟ ਦੇਖਦੇ ਰਹੇ। ਫਿਰ ਹੌਲੀ ਹੌਲੀ ਇਹਨਾਂ ਫੈਮੀਲੀਅਰ ਹੋਏ। ਫਿਰ ਮੈਨੂੰ ਨਹੀਂ ਸੀ ਯਕੀਨ ਵੀ ਵਾਈਟ ਹੋ ਜਾਣਗੇ। ਤੋ ਮਤਲਬ ਨਾ ਹੀ ਮੈਨੂੰ ਪਤਾ ਸੀ ਬੱਚੇ ਦੇ ਦੰਦਾਂ ਦਾ ਟ੍ਰੀਟਮੈਂਟ ਵੀ ਹੁੰਦਾ ਵਾ। ਆਈ ਐਮ ਵੈਰੀ ਮਚ ਥੈਂਕਫੁਲ टू बोथ ऑफ देम। बेटा कैसे लग रहे हैं अब कैसा लग रहा है? यस, यू आर एंजॉयिंग? बढ़िया लग रहा है? बढ़िया। दर्शकों, पंजाब प्लस चैनल पे आपका स्वागत है। आज हम आपको मिलाने जा रहे हैं डॉक्टर तनव जिंदल जी के साथ, जो अर्श डेंटल क्लिनिक मोगा में अपनी सेवाएं दे रहे हैं। डॉक्टर साहब का स्वागत है हमारे स्पेशल शो में। थैंक यू जी। डॉक्टर साहब, जैसे आप और अर्श जी मिलकर एक पूरी डेंटिस्ट्री को यहाँ पर सेवाएं अपनी दे रहे हो। जैसे हमने देखा कि छोटे से बच्चे को जैसे आपने ट्रीट किया और उसको नई ज़िंदगी दी, हम तो ये बोलेंगे कि जैसे उसकी मदर का फेस इंप्रेशन था, जैसे उसके माइंड में था कि शायद मेरे बच्चे के काले दांत कभी ठीक ही ना हो, उनको भी आपने एक नया रूप दिया। क्या कहना चाहिए? एक्चुअली में आजकल पेरेंट्स अपने बच्चे की हेल्थ को लेके, ओरल हाइजीन को लेके, हर चीज़ को लेके बहुत कॉन्शियस हो चुके हैं। तो मुझे लगता है कि ये एक अच्छी बात है। ठीक है, उन्होंने अभी दांत खराब होने स्टार्ट ही हुए थे तभी आके दिखाना स्टार्ट कर दिया कि हाँ कि ब्लैक हो रहे हैं, क्यों हो रहे हैं। लेकिन आई थिंक इसका मेन रीज़न ये है कि पेरेंट्स को खुद को भी नहीं पता कि ब्रश करना कैसे है। ठीक है, तो वो बच्चों को प्रॉपरली करा नहीं पाते हैं ब्रश। बच्चे को पकड़ा देते हैं कि आप करो, बच्चे बस 1-2 मिनट ऐसे ऐसे हिलाया पर चलो ख़त्म। तो इस वजह से मेरे अकॉर्डिंग कि पेरेंट्स को भी प्रॉपर ब्रशिंग टेक्निक पता होनी चाहिए, और बच्चों का तो खास करके हर 6 महीने के बाद डेंटिस्ट के पास आकर ज़रूर दिखाना चाहिए कि हाँ कैसे चल रही है इसकी, मतलब टूथ कैसे डेवलप हो रहे हैं, जो आगे टूथ आ रहे हैं वो कैसे आ रहे हैं, कैसे नहीं आ रहे हैं। तो आई थिंक दिस इज़ कंपल्सरी फॉर ऑल द पेरेंट्स। और हम चाहेंगे कि आप हमारे दर्शकों को ब्रश की टेक्निक, क्योंकि ब्रश तो लोग घसाते रहते हैं दांतों को, हम चाहेंगे कि अगर आप हमें इट विल बी बेटर कि अगर आप दिखा सके तो। ਤੁਸੀਂ ਇਹਨੂੰ ਬ੍ਰਸ਼ ਮੰਨ ਕੇ ਚੱਲੋ, ਆਪਣੇ ਪੰਜਾਬ 'ਚ ਮੋਸਟਲੀ ਇੰਡੀਆ ਵਿੱਚ ਲੋਕਾਂ ਨੂੰ ਹੈਬਿਟ ਹੈ ਕਿ ਮੋਸਟਲੀ ਹੌਰੀਜ਼ੌਂਟਲੀ ਬ੍ਰਸ਼ ਕਰਦੇ ਹੋ, ਐਵੇਂ ਕਰਕੇ ਉਹ ਦੰਦਾਂ ਨੂੰ ਰਗੜ ਪਾਉਂਦੇ ਆ, ਨਾ ਕਿ ਉਹਨਾਂ ਨੂੰ ਸਾਫ਼ ਕਰਦੇ। ਉਹਦੇ ਨਾਲ ਕੀ ਵਾਢੇ ਪੈ ਜਾਂਦੇ ਆ, ਦੰਦ ਜ਼ਿਆਦਾ ਘਿਸਦੇ ਨੇਗੇ। ਠੀਕ ਆ, ਸੋ ਮੋਸਟਲੀ ਇਹਨੂੰ ਵਰਟੀਕਲੀ ਕਰਨਾ ਚਾਹੀਦਾ, ਜਾਂ ਫਿਰ ਇਹਨੂੰ ਸਰਕੂਲਰ ਮੋਸ਼ਨ ਵਿੱਚ ਅੰਦਰੋਂ ਬਾਹਰੋਂ ਸਾਰੀ ਜਗ੍ਹਾ ਤੋਂ ਸਾਫ਼ ਕਰਨਾ ਚਾਹੀਦਾ। ਜਿਵੇਂ ਅੰਦਰੋਂ ਕਰੋ ਸਾਫ਼, ਬਾਹਰੋਂ ਪ੍ਰੋਪਰਲੀ ਸਾਫ਼ ਕਰੋ। ਬਟ ਇੱਥੇ ਲੋਕਾਂ ਨੂੰ ਲੱਗਦਾ ਕਿ ਚਲੋ ਮਤਲਬ हॉरिजॉन्टली ज़्यादा प्रेफर करते हैं। सो मैं उन्होंने कहूँगी कि वर्टिकली करो, अंदरों साफ करो प्रॉपरली। ठीक है, चारे पासों तो कोई भी कोना छड्डना नहीं चाहिए मूँह का। तो स्पैशली टंग जरूर साफ करो। लोग मोस्टली टंग नहीं साफ करते, उसके करके उन्होंने बैड ब्रैथ हैलीडोसिस की प्रॉब्लम रहती है। सो आपकी टंग हमेशा साफ करनी चाहिए। तो सर डेंटल ਦੇ ਵਿੱਚ ਕਿੰਨਾ ਕੁ ਟਾਈਮ ਸਾਨੂੰ ਮਤਲਬ ਬਰਸ਼ ਤੇ ਲਾਣਾ ਚਾਹੀਦਾ ਤਕਰੀਬਨ? देखो वैसे तो 1 मिनट इज़ इनफ फॉर ब्रशिंग, बट फिर भी जे कोई मतलब जे किसी ਨੂੰ ਲੱਗ ਰਿਹਾ ਹੈ ਕਿ ਕਈ ਲੋਕ ਇੱਥੇ ਕੀ ਕਰਦੇ ਆ 5-5 ਮਿੰਟ ਤੱਕ ਲੱਗੇ ਰਹਿੰਦੇ ਆ ਬ੍ਰਸ਼ ਕਰਨ, ਉਹ ਦੰਦਾਂ ਨੂੰ ਖਰਾਬ ਜ਼ਿਆਦਾ ਕਰਦਾ ਬੈਨੀਫਿਟ ਨਾਲੋਂ। ਸੋ ਬੈਟਰ ਹੈ ਕਿ ਚਾਹੇ ਤੁਸੀਂ 1 ਤੋਂ 2 ਮਿੰਟ ਲਾਓ, 1 ਮਿੰਟ ਇਜ਼ ਸਫੀਸ਼ੀਐਂਟ, ਬਟ ਕਰੋ ਪ੍ਰੋਪਰਲੀ, ਜਿੰਨਾ ਤੁਸੀਂ ਪ੍ਰੋਪਰਲੀ ਕਰ ਸਕਦੇ ਹੋ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਵਰਟੀਕਲੀ ਕਰੋ, ਸਾਰੇ ਕੋਨਿਆਂ 'ਚ ਕਰੋ। ਸੋ ਦਿਸ ਇਜ਼ ਗੁੱਡ, 1 ਮਿੰਟ ਇਜ਼ ਸਫੀਸ਼ੀਐਂਟ। ਡਾਕਟਰ ਸਾਹਿਬ, ਮਸੂੜਿਆਂ ਦੇ ਬਾਰੇ ਸਾਨੂੰ ਦੱਸੋ ਕਿ ਨਾਲ ਮਸੂੜੇ ਅਗਰ ਆਪਾਂ ਜਿਹੜੇ ਹੈਗੇ ਆ, ਕਿਉਂਕਿ ਮਸੂੜੇ ਵੀ ਕਈ ਵਾਰੀ ਫੁੱਲ ਜਾਂਦੇ ਆ, ਮਸੂੜਿਆਂ ਦੀ ਪ੍ਰੋਬਲਮ ਆ ਜਾਂਦੀ ਆ ਦੰਦਾਂ ਦੇ ਨਾਲ, ਮਸੂੜਿਆਂ ਨੂੰ ਅਸੀਂ ਕਿੱਦਾਂ ਮਤਲਬ ਨਾਲ ਅਟੈਚ ਕਰ ਸਕਦੇ ਹਾਂ? ਜਦੋਂ ਪ੍ਰੋਪਰਲੀ ਬ੍ਰਸ਼ ਕਰਾਂਗੇ ਮਸੂੜੇ ਆਪਣੇ ਆਪ ਹੈਲਦੀ ਰਹਿਣਗੇ। ਠੀਕ ਹੈ, ਬਟ ਬੰਦੇ ਪ੍ਰੋਪਰਲੀ ਬ੍ਰਸ਼ ਨਹੀਂ ਕਰਦੇਗੇ ਪੇਸ਼ੈਂਟਸ, ਸੋ ਇਸ ਲਈ ਉਹਨਾਂ ਨੂੰ ਜਨਰਲੀ ਮਸੂੜਿਆਂ ਦੀ ਪ੍ਰੋਬਲਮ ਆਈ ਜਾਂਦੀ ਆ। ਤੁਸੀਂ ਮਾਊਥ ਵਾਸ਼ ਯੂਜ਼ ਕਰੋ, ਇਹਨਾਂ ਫ੍ਰੀਕੁਐਂਟਲੀ ਕਰਨਾ ਚਾਹੀਦਾ, ਉਹਨਾਂ ਨੂੰ ਮਾਊਥ ਵਾਸ਼ ਯੂਜ਼ ਕਰਨਾ ਚਾਹੀਦਾ, ਬ੍ਰਸ਼ ਕਰਨਾ ਚਾਹੀਦਾ, ਮਸੂੜੇ ਆਪੇ ਸਹੀ ਰਹਿਣਗੇ, ਕੋਈ ਪ੍ਰੋਬਲਮ ਨਹੀਂ। ਡਾਕਟਰ ਸਾਹਿਬ, ਸਕੇਲਿੰਗ ਜਿਹੜੀ ਕਿ ਕਿਸੇ ਟਾਈਮ ਦੇ ਉੱਤੇ ਕਾਫੀ ਸਿਟਿੰਗਸ ਲੱਗਦੀਆਂ ਹੁੰਦੀਆਂ ਸੀ, ਪਹਿਲਾਂ ਕਹਿੰਦੇ ਸੀ ਤੁਹਾਡੇ ਹੇਠਲੇ ਦੰਦ ਸਾਫ਼ ਕਰਾਂਗੇ, ਫਿਰ ਅੰਦਰੋਂ ਕਰਾਂਗੇ, ਫਿਰ ਇਦਾਂ ਕਰਾਂਗੇ, ਔਰ ਅੱਜ ਜਿਹੜੇ ਸਕੇਲਿੰਗ ਆ ਤੁਸੀਂ ਉਹਨੂੰ ਬੜਾ ਹੀ ਵਧੀਆ ਰੂਪ ਦੇਤਾ ਕਿ ਸਕੇਲਿੰਗ ਜਿਹੜੀ ਹੈਗੀ ਆ ਤਕਰੀਬਨ 1 ਸਿਟਿੰਗ 'ਚ ਵੀ ਹੋ ਸਕਦੀ ਹੈ। ਕੀ ਕਹਿਣਾ ਚਾਹੋਗੇ? ਪਹਿਲਾਂ ਐਕਚੁਅਲੀ ਹੈਂਡ ਸਕੇਲਿੰਗਸ ਕਰਦੇ ਹੁੰਦੇ ਸੀਗੇ, ਉਹ ਹੈਂਡ ਇੰਸਟਰੂਮੈਂਟਸ ਹੁੰਦੇ ਸੀਗੇ, ਉਹਦੇ ਨਾਲ ਜ਼ਿਆਦਾ ਟਾਈਮ ਵੀ ਲੱਗਦਾ ਸੀਗਾ, ਪ੍ਰੈਸ਼ਰ ਵੀ ਜ਼ਿਆਦਾ ਫੀਲ ਹੁੰਦਾ ਸੀ ਪੇਸ਼ੈਂਟ ਨੂੰ ਦੰਦਾਂ 'ਤੇ। ਬਟ ਅੱਜ ਕੱਲ੍ਹ ਅਲਟਰਾਸੋਨਿਕ ਮਸ਼ੀਨਸ ਆ ਗਈਆਂ ਨੇ, ਉਹ ਵਾਈਬ੍ਰੇਸ਼ਨਸ ਨਾਲ ਸਾਰਾ ਕੁਝ ਕਲੀਨ ਕਰ ਦਿੰਦੀਆਂ ਨੇ। ਸੋ ਹਾਰਡਲੀ ਅੱਧਾ ਘੰਟਾ ਪੌਣੇ ਘੰਟੇ 'ਚ ਪੂਰਾ ਮੂੰਹ ਸਾਫ਼ ਹੋ ਜਾਂਦਾ ਆਰਾਮ ਨਾਲ। ਮਤਲਬ ਅਸੀਂ ਸਮਝੀਏ ਕਿ ਜਿਹੜੀ ਉਹ ਪਹਿਲਾਂ ਤਾਕਤ ਡਾਕਟਰਾਂ ਦੀ ਲੱਗਦੀ ਸੀ, ਉਹਦਾ ਮਤਲਬ ਸਫਾਈ ਦੇ ਵਿੱਚ ਤਾਕਤ ਜਿਹੜੀ ਹੈਗੀ ਉਹਨਾਂ ਦੀ ਇੰਨੀ ਲੱਗਦੀ ਸੀ ਵੀ ਉਹ ਸਫਾਈ ਕਰਨ ਲੱਗਿਆਂ ਆਪਦੀ ਤਾਕਤ ਦੇ ਵਿੱਚ ਵੀ ਨਾਲ ਕਦੇ ਪੈਰ ਮਾਰਿਆ, ਕਦੇ ਕਿੱਦਾਂ ਦੀਆਂ ਮਸ਼ੀਨਾਂ, ਤੇ ਅੱਜ ਕੱਲ੍ਹ ਮਸ਼ੀਨਾਂ ਇੰਨੀਆਂ ਆ ਗਈਆਂ ਵੀ ਆਪਦੇ ਆਪ ਹੀ ਅਸਿਸਟੈਂਟ ਹੈਗੀਆਂ ਤੇ ਆਪਦੇ ਆਪ ਹੀ ਦੰਦਾਂ ਦੇ ਉੱਤੇ ਕਰ ਦਿੰਦੇ। ਬਿਲਕੁਲ ਜੀ ਬਿਲਕੁਲ, ਨਿਊ ਮਸ਼ੀਨਸ ਨੇ ਆਪਣੀ ਆਲਰੇਡੀ ਡੈਂਟਿਸਟ ਦੀ 50% ਜਿਹੜੀ ਮਿਹਨਤ ਹੈਗੀ ਆ ਉਹ ਘਟਾ ਦਿੱਤੀ ਹੈਗੀ ਆ। ਜਿਵੇਂ ਸਕਸ਼ਨ ਆ ਚੁੱਕੀ ਆ, ਸਕਸ਼ਨ ਸਾਰਾ ਦਾ ਸਾਰਾ ਪਾਣੀ ਮਿੰਟ 'ਚ ਕੱਢ ਲੈਂਦੀ ਹੈਗੀ, ਪੇਸ਼ੈਂਟ ਨੂੰ ਗੈਗਿੰਗ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ। ਸੋ ਮੈਂ ਇਹ ਕਹੂੰਗੀ ਕਿ ਹਾਂ ਡੈਂਟਿਸਟਰੀ ਨੇ ਤਰੱਕੀ ਕੀਤੀ ਹੈ, ਬਹੁਤ ਤਰੱਕੀ ਕਰ ਲਈ ਹੈ, ਸੋ ਹੋਪਫੁਲੀ ਅੱਗੇ ਵੀ ਬਹੁਤ ਤਰੱਕੀ ਕਰੇਗੀ। ਡਾਕਟਰ ਕਿਹੜੀ ਆਪਣੀ ਫੈਸਿਲਿਟੀ ਹੈਗੀ ਹੈ ਇਸ ਹਸਪੀਟਲ ਦੇ ਵਿੱਚ, ਕੀ ਤੁਸੀਂ ਕਰ ਰਹੇ ਹੋ ਦੋਨੇ ਜਾਣੇ ਮਿਲ ਕੇ? ਕਿਉਂਕਿ ਇੱਕ ਸਾਰੀਆਂ ਸਾਨੂੰ ਆਪਣੇ ਸਪੈਸ਼ਲਟੀ ਦੱਸੋ, ਔਰ ਕਿਵੇਂ
ਜਿਹੜਾ ਹੈਗਾ ਇਹਦਾ ਪ੍ਰੋਸੀਜਰ ਹੈਗਾ, ਕਿਵੇਂ ਤੁਸੀਂ ਅਪਾਇੰਟਮੈਂਟ ਦੇ ਉੱਤੇ ਪੇਸ਼ੈਂਟ ਦਿੰਦੇ ਹੋ, ਸਾਨੂੰ ਸਾਰਾ ਦੱਸੋ। ਇੱਥੇ ਆਲਮੋਸਟ ਜਿੰਨੀਆਂ ਡੈਂਟਿਸਟਰੀ ਦੇ ਪ੍ਰੋਸੀਜਰ ਹੁੰਦੇ ਆਲਮੋਸਟ ਸਾਰੇ ਚੱਲ ਰਹੇ ਨੇ, ਐਕਸੈਪਟ ਜਿਵੇਂ ਜੰਜਾਈਵਲ ਕੰਟੂਰਿੰਗ ਵਗੈਰਾ ਛੱਡ ਕੇ, ਜਿਵੇਂ ਕਿ ਜੰਜਾਈਵਾ ਕਈਆਂ ਦੇ ਵੱਧ ਜਾਂਦੇ ਆ ਬਹੁਤ ਜ਼ਿਆਦਾ, ਉਹ ਕਟਿੰਗ ਵਗੈਰਾ ਹਾਈ ਪ੍ਰੋਸੀਜਰ ਨੂੰ ਛੱਡ ਕੇ ਆਲਮੋਸਟ। ਬਟ ਕੀ ਹੁੰਦਾ ਹੈਗਾ ਕਿ ਅਪਾਇੰਟਮੈਂਟਸ ਦੀ ਗੱਲ ਰਹੀ ਤਾਂ ਅਸੀਂ ਪੇਸ਼ੈਂਟ ਨੂੰ ਟਾਈਮ ਦੇ ਅਕੋਰਡਿੰਗ ਅਪਾਇੰਟਮੈਂਟ ਦਿੰਦੇ ਹੈਗੇ ਕਿ ਜਿਵੇਂ ਕਿਸੇ ਨੂੰ 11 ਵਜੇ ਦੀ ਅਪਾਇੰਟਮੈਂਟ ਦੇਤੀ, ਅਸੀਂ ਕੋਈ ਵੀ ਅਪਾਇੰਟਮੈਂਟ ਉਸ ਟਾਈਮ 11 ਵਜੇ ਦੀ ਨਹੀਂ ਦੇਵਾਂਗੇ ਕਿਉਂਕਿ ਸਾਡੇ ਪ੍ਰੋਸੀਜਰ ਥੋੜ੍ਹੇ ਲੰਬੇ ਹੁੰਦੇ ਆ। ਅਸੀਂ ਉਸੇ ਅਕੋਰਡਿੰਗਲੀ ਟਾਈਮ ਦਿੰਦੇ ਹੈਗੇ ਵੀ ਅੱਧੇ ਘੰਟੇ ਦਾ ਪ੍ਰੋਸੀਜਰ ਹੈ RCT ਦਾ ਸਪੋਜ਼ ਕਰੋ, ਤੇ ਅਸੀਂ ਅਗਲੀ ਜਿਹੜੀ ਸਿਟਿੰਗ ਹੈਗੀ ਪੇਸ਼ੈਂਟ ਨੂੰ ਅਪਾਇੰਟਮੈਂਟ ਪਹਿਲਾਂ ਹੀ 11:30 ਵਜੇ ਦੀ ਦੇਵਾਂਗੇ। ਸੋ ਅਸੀਂ ਪੂਰਾ ਪ੍ਰੋਪਰਲੀ ਮੈਨੇਜ ਕਰਕੇ ਚੱਲਦੇ ਹਾਂ ਕਿ ਉਦੋਂ ਤੱਕ ਅਸੀਂ ਪ੍ਰੋਪਰਲੀ ਸਾਰੀ ਕਲੀਨਿਕ ਕਲੀਨ ਕਰ ਚੁੱਕੀ ਹਾਂ। ਦੱਸੋ ਪੇਸ਼ੈਂਟ ਜਿਹੜੇ ਅੱਜ ਕੱਲ੍ਹ ਅਵੇਅਰ ਜਿਹੜੇ ਹੈਗੇ ਹਰ ਚੀਜ਼ ਤੋਂ ਹੋਏ ਵੀ ਆ, ਨੋ ਡਾਊਟ, ਲੇਕਿਨ ਜਿੱਦਾਂ ਤੁਸੀਂ ਕਹਿੰਦੇ ਹੋ ਕਿ 2 ਵਾਰੀ ਬੰਦੇ ਨੂੰ ਬਰੁਸ਼ ਕਰਨਾ ਚਾਹੀਦਾ, ਤੇ ਜੇ ਸਟਿੱਕੀ ਫੂਡ ਜਿਹੜੇ ਖਾ ਵੀ ਲੈਣ ਤਾਂ ਫਿਰ ਉਹਦੇ ਕੁਰਲਾ ਵਗੈਰਾ ਆਪਾਂ ਨੂੰ ਮਤਲਬ ਨਾਲ ਦੀ ਨਾਲ ਕਰ ਲੈਣਾ ਚਾਹੀਦਾ, ਜਾਂ ਬੁਰਸ਼ ਹੀ ਅਗਰ ਸੰਭਵ ਹੋਵੇ ਤਾਂ ਕਰ ਲੈਣਾ ਚਾਹੀਦਾ। ਦੱਸੋ ਕਈ ਵਾਰੀ ਸਾਨੂੰ ਇਉਂ ਲੱਗਦਾ ਕਿ ਅਸੀਂ ਹਾਰਡ ਬੁਰਸ਼ਾਂ ਦੇ ਨਾਲ ਆਪਦੇ ਦੰਦ ਜਿਹੜੇ ਹੈਗੇ ਬਾਹਲੇ ਗੋਰੇ ਚਿੱਟੇ ਨਿਕਲੇ ਆਉਣਗੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹੀ ਸੇਮ ਗੱਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ ਕਿ ਜਿੰਨਾ ਬ੍ਰਸ਼ ਹਾਰਡ ਹੋਊਗਾ ਉਹ ਦੰਦਾਂ ਨੂੰ ਸਾਫ਼ ਨਹੀਂ ਕਰੂਗਾ, ਉਹ ਰਗੜ ਪਾਊਗਾ ਦੰਦਾਂ ਨੂੰ। ਸੋ ਹਮੇਸ਼ਾ ਹੀ ਸੁਪਰ ਸੌਫਟ ਬ੍ਰਸ਼ ਯੂਜ਼ ਕਰਨਾ ਚਾਹੀਦਾ। ਜਿੰਨਾ ਬ੍ਰਸ਼ ਮੁਲਾਇਮ ਹੋਊਗਾ ਉਹ ਤੁਹਾਡੇ ਦੰਦਾਂ ਨੂੰ, ਐਕਚੁਅਲੀ ਦੇ ਵਿੱਚ ਬ੍ਰਸ਼ ਦਾ ਰੋਲ ਸਿਰਫ ਇਹ ਹੈ ਕਿ ਉਹਨਾਂ ਨੇ ਦੰਦ ਕਲੀਨ ਕਰਨੇ ਹੈ, ਮੇਨਲੀ ਤੁਹਾਡੀ ਟੈਕਨੀਕ ਮੈਟਰ ਕਰਦੇ ਹੋ ਕਿ ਤੁਸੀਂ ਕਿਵੇਂ ਕਰ ਰਹੇ ਹੋ, ਜੋ ਕਿ ਤੁਹਾਨੂੰ ਮੈਂ ਆਲਰੇਡੀ ਦੱਸ ਹੀ ਚੁੱਕੀ ਹਾਂ ਕਿ ਕਿਵੇਂ ਕਰਨਾ ਹੈ। ਡਾਕਟਰ ਸਾਹਿਬ ਕਈ ਵਾਰ ਦੰਦਾਂ ਦਾ ਜਿਹੜਾ ਜਿੱਦਾਂ ਤੁਹਾਡੇ ਕੋਲ ਲੜਕੀਆਂ ਆਉਂਦੀਆਂ ਹੈਗੀਆਂ ਆਪਣੇ ਜਿਹੜੀਆਂ ਮੈਰਿਜ ਜਿਨ੍ਹਾਂ ਦੀ ਹੁੰਦੀ ਆ, ਉਹਨਾਂ ਨੂੰ ਤੁਸੀਂ ਉਹ ਕਹਿੰਦੇ ਵੀ ਸਾਨੂੰ 10 ਕੁ ਦਿਨ ਲਈ ਸਾਡੇ ਦੰਦ ਸੋਹਣੇ ਬਣ ਜਾਣ, ਕਿ ਇਹ ਵੀ ਮਤਲਬ ਟੈਂਪਰੇਰੀ ਵੀ ਤੁਸੀਂ ਉਹਨੂੰ ਪੋਲਿਸ਼ਿੰਗ ਵਗੈਰਾ ਕਰਕੇ ਇੱਕ ਵਾਰ ਉਹੋ ਜਿਹਾ ਰੂਪ ਦੇ ਦਿੰਦੇ ਆ ਵੀ ਜਿਵੇਂ ਫਿਲਮਾਂ ਦੇ ਵਿੱਚ ਆਪਾਂ ਦੇਖਦੇ ਜਦੋਂ ਉਹਨਾਂ ਨੇ ਸ਼ੂਟਿੰਗ ਕਰਨੀ ਹੁੰਦੀ ਆ ਤੇ ਉਦੋਂ ਉਹ ਆਉਂਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਚਾਹੇ ਉਹ ਪੋਲਿਸ਼ ਵਗੈਰਾ ਜਿਹੜੀ ਥੋੜ੍ਹੀ ਜਿਹੀ ਨਰਮ ਪੈ ਜੇ? ਨਹੀਂ ਜੀ, ਐਵੇਂ ਤਾਂ ਕੋਈ ਪ੍ਰੋਸੀਜਰ ਆਉਂਦਾ ਹੀ ਨਹੀਂਗਾ ਕਿ ਉਹ ਨਰਮ ਪੈ ਜਾਊਗੀ। ਇੱਕ ਵਾਰੀ ਜਿਹੜੀ ਪੋਲਿਸ਼ ਕਰਤੀ ਉਹ ਦੰਦਾਂ ਦੇ ਨਾਲ ਹੀ ਰਹੂਗੀ ਅੰਟਿਲ ਅਨਲੈਸ ਉਹ ਆਪਣੀ ਓਰਲ ਹਾਈਜੀਨ ਮੇਨਟੇਨ ਕਰਕੇ ਰੱਖਣਗੇ। ਬਟ ਆਈ ਥਿੰਕ ਇਟਸ ਗੁੱਡ ਥਿੰਗ ਕਿ ਲੋਕ ਕੌਨਸ਼ੀਅਸ ਹੋ ਰਹੇ ਨੇਗੇ, ਚਾਹੇ ਮੈਰਿਜ ਕਰਕੇ ਹੀ ਆਉਂਦੇ ਆ ਬਟ ਐਟਲੀਸਟ ਆਪਣੇ ਦੰਦ ਤਾਂ ਕਲੀਨ ਕਰਾਉਂਦੇ ਆ। ਐਂਡ ਆਲਸੋ ਬਲੀਚਿੰਗ ਇਜ਼ ਅਵੇਲੇਬਲ ਹੇਅਰ? ਹਾਂਜੀ, ਸਭ ਕੁਝ ਕਰਦੇ ਅਸੀਂ ਆਲਮੋਸਟ। ਹਾਂਜੀ, ਬਟ ਬਹੁਤ ਰੇਅਰ ਅਸੀਂ ਕੰਸੀਡਰ ਕਰਦੇ ਹਾਂ ਕਿ ਬਲੀਚਿੰਗ ਕਰਨੀ ਚਾਹੀਦੀ ਹੈ, ਬਟ ਆਲਮੋਸਟ ਸਾਰਾ ਪ੍ਰੋਸੀਜਰਸ ਕਰਦੇ ਹਾਂ। ਨਹੀਂ, ਅਗਰ ਕੋਈ ਅਸੀਂ ਪੇਸ਼ੈਂਟ ਹੀ ਆ ਜਾਂਦਾ ਜਿਹੜਾ ਕਹਿੰਦਾ ਵੀ ਸਾਨੂੰ ਤਾਂ ਇੰਨੇ ਸੋਹਣੇ ਬਣਨੇ ਚਾਹੀਦੇ ਵੀ ਸਾਡੀ ਸਮਾਈਲ ਹੀ ਹੋਵੇ, ਤਾਂ ਉਸ ਕੇਸ ਦੇ ਵਿੱਚ ਬਿਲਕੁਲ ਇਹ ਤਾਂ ਸਭ ਅਵੇਲੇਬਲ ਹੈ। ਡਾਕਟਰ ਸਾਹਿਬ ਇਹਦੇ ਨਾਲ ਚਾਈਲਡ ਇੰਡਸਟਰੀ ਜਿੱਦਾਂ ਬੱਚੇ ਗੁੱਠਾ ਚੁੰਗਦੇ ਨੇ, ਬੱਚੇ ਜਿਹੜੇ ਹੈਗੇ ਆ ਅੱਜ ਬੱਚਿਆਂ ਦੇ ਲਈ ਜਿਹੜਾ ਹੈਗਾ ਇਹ ਹਸਪੀਟਲ ਨਾਲ ਮੰਨਿਆ ਜਾਂਦਾ, ਜਿੱਦਾਂ ਉਹ ਪੇਸ਼ੈਂਟ ਰੈਫਰੈਂਸ ਦੇ ਉੱਤੇ ਅੱਗੇ ਦੇ ਅੱਗੇ ਆ ਰਹੇ ਨੇ ਤੁਹਾਡੇ ਕੋਲ? ਬਿਲਕੁਲ ਜੀ ਬਿਲਕੁਲ। ਅਸੀਂ ਤਾਂ ਇਹੀ ਕਹਾਂਗੇ ਕਿ ਬੱਚਿਆਂ ਦੀ ਬੈਡ ਹੈਬਿਟਸ ਛਡਾਉਣੀਆਂ ਚਾਹੀਦੀਆਂ ਨੇ, ਜਿਵੇਂ ਕਿ ਬੱਚੇ ਗੁੱਠਾ ਚੁੰਗਦੇ ਨੇ, ਕਈਆਂ ਨੂੰ ਆਦਤ ਹੁੰਦੀ ਹੈਗੀ ਕਿ ਟੰਗ ਬਾਰ-ਬਾਰ ਅੱਗੇ ਲੈ ਕੇ ਆਉਂਦੇ ਆ। ਸੋ ਇਹ ਹੈਬਿਟਸ ਆਪਣੇ ਬੱਚਿਆਂ ਦੀ ਤੁਸੀਂ ਖੁਦ ਨੋਟਿਸ ਕਰੋ। ਬੱਚਿਆਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਕਿ ਉਹਨਾਂ ਦੀ ਕੀ ਹੈਬਿਟ ਹੈ, ਇਹਦੇ ਕਰਕੇ ਉਹਨਾਂ ਦੇ ਦੰਦ ਉੱਚੇ ਨੀਵੇਂ ਹੋ ਜਾਂਦੇ ਨੇਗੇ। ਸੋ ਗਾਂਹ ਜਾ ਕੇ ਤੁਹਾਨੂੰ ਅੱਗੇ ਜਾ ਕੇ ਤੁਹਾਨੂੰ ਲਾਈਫ ਦੇ ਵਿੱਚ ਵਾਇਰ ਵਗੈਰਾ ਪਾਉਣੀ ਪੈਂਦੀ ਹੈ। ਸੋ ਬੈਟਰ ਹੈ ਕਿ ਉਹਨਾਂ ਨੂੰ ਪਹਿਲਾਂ ਹੀ ਕੰਟਰੋਲ 'ਚ ਰੱਖੋ। ਜੇ ਤੁਹਾਨੂੰ ਲੱਗ ਰਿਹਾ ਕਿ ਉਹਨਾਂ ਦੀ ਕੋਈ ਬੈਡ ਹੈਬਿਟ ਹੋ ਰਹੀ ਹੈ ਤਾਂ ਉਹਨੂੰ ਫੌਰਨ ਡੈਂਟਿਸਟ ਕੋਲ ਲੈ ਕੇ ਜਾਓ ਤਾਂ ਕਿ ਉਹਨੂੰ ਜ਼ਿਆਦਾ ਨਹੀਂ ਹੈਗਾ ਤਾਂ ਉਹਨੂੰ ਸਮਝਾ ਸਕੇ, ਬੱਚੇ ਨੂੰ ਉਹਨਾਂ ਦੇ ਡਰਾਬੈਕਸ ਦੱਸ ਸਕੇ। ਸੋ ਆਈ ਥਿੰਕ ਤੁਹਾਨੂੰ ਪੇਰੈਂਟਸ ਨੂੰ ਥੋੜ੍ਹਾ ਕੌਨਸ਼ੀਅਸ ਹੋਣਾ ਪੈਂਦਾ। ਦਰਸ਼ਕੋ, ਫੋਨ ਤੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਡਾਕਟਰ ਸਾਹਿਬ, ਡਾਕਟਰ ਅਰਸ਼ ਜੀ ਦੇ ਵੀ ਔਰ ਮੈਡਮ ਦੇ ਵੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਸਮਾਂ ਦਿੱਤਾ ਔਰ ਸਾਡੇ ਦਰਸ਼ਕਾਂ ਨੂੰ ਅਵੇਅਰ ਕੀਤਾ ਔਰ ਦੰਦਾਂ ਦੀਆਂ ਜਿਹੜਾ ਹੈਗਾ ਟੈਕਨੀਕਸ ਦੱਸੀਆਂ ਵੀ ਕਿੱਦਾਂ ਬਰੂਸ਼ਿੰਗ ਕਰਨੀ ਹੈਗੀ ਆ ਔਰ ਕਿੱਦਾਂ ਜਿਹੜੇ ਹੈਗੇ ਆ ਲੋਕਾਂ ਦੇ ਜਿਹੜੇ ਦੰਦ ਹੈਗੇ ਉਹ ਸਾਫ਼ ਰਹਿ ਸਕਦੇ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਮੈਂ ਤਾਂ ਇਹੀ ਕਹੂੰਗੀ ਕਿ ਜੇ ਮੇਰੀ ਕੁਝ ਕਹਿਣ ਨਾਲ ਕਿਸੇ ਦਾ ਕੁਝ ਬੈਨੀਫਿਟ ਹੋਊਗਾ ਸੋ ਮੈਨੂੰ ਬਹੁਤ ਖੁਸ਼ੀ ਹੋਊਗੀ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਬਾਈ ਜੀ, ਕਿਵੇਂ ਸੀ ਤੁਹਾਡਾ ਦੰਦਾਂ ਦਾ ਹਾਲ ਔਰ ਕਿਵੇਂ ਜਦੋਂ ਡਾਕਟਰ ਅਰਸ਼ ਹੋਰਾਂ ਨਾਲ ਮਿਲੇ ਤੇ ਅੱਜ ਬੜੀਆਂ ਖੁਸ਼ੀਆਂ ਦੇ ਵਿੱਚ ਆ, ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਜੀ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਹਾਂ ਅਸੀਂ ਵੀ ਜਿਹੜਾ ਡਾਕਟਰ ਅਰਸ਼ ਡੈਂਟਲ ਕਲੀਨਿਕ 'ਤੇ ਤੁਸੀਂ ਆਉਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਕੀ ਬਾਜ਼ਾਰ ਦੇ ਵਿੱਚੋਂ ਜਣੀ ਦੋਨੇ ਡਾਕਟਰ ਆ ਜਿਹੜੇ ਇਹ ਘੱਟ ਰੇਟ 'ਤੇ ਜਣੀ ਇਹ ਮਤਲਬ ਗਾਹਕ ਨੂੰ ਡੀਲ ਕਰ ਰਹੇ ਆ। ਬਹੁਤ ਵਧੀਆ ਕੰਮ ਆ, ਮਤਲਬ ਜਿਹੜੇ ਵਿਗੜੇ ਕੰਮ ਵੀ ਹੁੰਦੇ ਆ ਤੇ ਉਹ ਇਹ ਮਤਲਬ ਸੁਧਾਰਦੇ ਆ। ਤੁਸੀਂ ਮਿਲਟਰੀ ਦੇ ਵਿੱਚ ਇੰਨਾ ਚਿਰ ਰਹੇ ਹੋ, ਸੇਵਾ ਕੀਤੀ ਹੈ, ਹਾਂਜੀ, ਤੇ ਤੁਹਾਨੂੰ ਲੱਗਦਾ ਕਿ ਜਿਵੇਂ ਤੁਸੀਂ ਇਹਨਾਂ ਨੂੰ ਵਿਜ਼ਿਟ ਕੀਤਾ ਤੇ ਤੁਹਾਨੂੰ ਇਉਂ ਲੱਗਣ ਲੱਗ ਗਿਆ ਜਿਵੇਂ ਇਹ ਬੱਚੇ ਇਹਨਾਂ ਦਾ ਮਾਈਂਡ ਸੈਟਅਪ ਵੀ ਜਿਹੜਾ ਹੈਗਾ ਉਹ ਉਸ ਤਰੀਕੇ ਦਾ ਹੀ ਹੈਗਾ ਕਿ ਅਸੀਂ ਬਹੁਤ ਪਲੈਨਡ ਕੰਮ ਕਰਨਾ ਹੈਗਾ ਔਰ ਹਰੇਕ ਚੀਜ਼ ਦੱਸ ਕੇ ਅਗਲੇ ਨੂੰ ਔਰ ਉਸ ਤਰੀਕੇ ਦੇ ਨਾਲ ਸੇਵਾ ਦੇ ਰਹੇ? ਹਾਂਜੀ ਹਾਂਜੀ, ਬੱਚੇ ਦੋਨੇ ਬਹੁਤ ਲਾਇਕ ਆ ਜੀ ਇਹ, ਤੇ ਆਪਣਾ ਡਾਕਟਰ ਤਨੂੰ ਔਰ ਡਾਕਟਰ ਅਰਸ਼ ਇਹ ਦੋਨੇ ਮਿਲ ਕੇ ਕੰਮ ਕਰ ਰਹੇ ਆ। ਬਹੁਤ ਵਧੀਆ ਜਾਣੀ ਮਤਲਬ ਗਾਹਕ ਦੀ ਡੀਲਿੰਗ ਆ ਇਹਨਾਂ ਦੀ ਡੀਲਿੰਗ ਚੰਗੀ ਹੋਣ ਦੇ ਨਾਤੇ ਪੇਸ਼ੈਂਟ ਪਾਸਿਆਂ ਤੋਂ ਵੀ ਵਿਗੜੇ ਕੰਮ ਜਿਹੜੇ
ਉਧਰੋਂ ਹੁੰਦੇ ਆ ਤੇ ਆ ਕੇ ਇੱਥੇ ਮਤਲਬ ਮੌਕਾ ਦਿੰਦੇ ਆ ਇਹਨਾਂ ਨੂੰ। ਤੇ ਤੁਸੀਂ ਬਹੁਤ ਦੂਰੋਂ ਦੂਰੋਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਰੈਫਰ ਕਰ ਰਹੇ ਹੋ, ਬੜੇ ਹਾਂਜੀ। ਦੂਰੋਂ ਦੂਰੋਂ। ਹਾਂਜੀ, ਮੇਰੀ ਸਾਲੀ ਆ ਮੁਕਤਸਰ ਟੀਚਰ, ਉਹਨੂੰ ਵੀ ਮੈਂ ਮਤਲਬ ਫੋਨ ਤੇ ਸੱਦ ਕੇ ਉਹਨਾਂ ਦਾ ਵੀ ਮਤਲਬ ਇੱਥੇ ਮਤਲਬ ਦੰਦ ਦਿਖਾਏ ਤੇ ਇਹਨਾਂ ਨੇ ਬਹੁਤ ਵਧੀਆ ਮਤਲਬ ਕੀਤਾ।